सत श्री अकाल जी सारिਆਂ ਨੂੰ स्वागत है ਤੁਹਾਡਾ ਸਾਡੇ YouTube चैनल करंट विजन ਤੇ। ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਊਗੀ ਕਿ ਵਣ ਵਿਭਾਗ ਦੇ ਵਿੱਚ ਇੱਕ ਹੋਰ ਨਵੀਂ ਭਰਤੀ ਆ ਗਈ ਆ ਤੇ ਇਹ ਭਰਤੀ PSSS ਬੋਰਡ ਵੱਲੋਂ ਕੱਢੀ ਗਈ ਆ ਤੇ ਹੁਣ ਅਸੀਂ ਇਸ ਦਾ ਇਸ਼ਤਿਹਾਰ ਨੰਬਰ ਜਿਹੜਾ 14 ਹੈ ਇਸ ਨੂੰ ਆਪਾਂ ਦੇਖਦੇ ਹਾਂ ਕੀ ਇਹਦੇ ਵਿੱਚ ਸ਼ਰਤਾਂ ਨੇ ਭਰਤੀ ਸੰਬੰਧੀ। ਸਭ ਤੋਂ ਪਹਿਲਾਂ ਤਾਂ ਅਸੀਂ ਇਹਦੀਆਂ ਜਿਹੜੀਆਂ ਆ ਮਿਤੀਆਂ ਦੇਖਦੇ ਹਾਂ। ਇਹ 13/7/2022 ਤੋਂ ਭਰਤੀ ਸ਼ੁਰੂ ਹੋਊਗੀ ਤੇ ਜਿਹੜੀ ਆਖਰੀ ਮਿਤੀ ਆ ਉਹ 22/8 ਅਗਸਤ ਮਹੀਨੇ ਦੀ 22 ਤਰੀਕ ਨੂੰ ਇਹਦੀ ਜਿਹੜੀ ਆਖਰੀ ਮਿਤੀ ਆ ਫਾਰਮ ਭਰਨ ਦੀ। ਤੇ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੋਊਗੀ ਉਹ 25 ਤਰੀਕ ਅਗਸਤ ਮਹੀਨੇ ਦੀ ਲਾਸਟ ਡੇਟ ਹੋਊਗੀ ਇਹਦੀ ਫੀਸ ਭਰਨ ਦੀ। ਤੇ ਹੁਣ ਅਸੀਂ ਅੱਗੇ ਚੱਲਦੇ ਹਾਂ, ਅੱਗੇ ਪੂਰੀ ਵਿਸਤਾਰਪੂਰਵਕ ਜਾਣਕਾਰੀ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਗਿਆਨਿਕ ਸਹਾਇਕ ਦੀਆਂ 10 ਅਸਾਮੀਆਂ ਦੀ ਸਿੱਧੀ ਭਰਤੀ ਬੋਰਡ ਦੀ ਵੈਬਸਾਈਟ 'ਤੇ ਕੱਢੀ ਗਈ ਆ, ਜਿਸ ਦੇ ਲਈ ਯੋਗ ਉਮੀਦਵਾਰਾਂ ਨੂੰ ਮਿਤੀ 13/7 ਤੋਂ 22/8/2022 ਸ਼ਾਮ 5 ਵਜੇ ਤੱਕ ਅਰਜ਼ੀਆਂ ਪਾਉਣ ਦੀ ਮੰਗ ਕੀਤੀ ਗਈ ਹੈ। ਇਹ ਉਹਨਾਂ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਨੇ ਕਿ ਸਾਇੰਸ ਦੇ ਨਾਲ ਰਿਲੇਟਡ ਜਾਂ ਮਾਈਕਰੋਬਾਇਓਲੋਜੀ ਦੇ ਨਾਲ ਰਿਲੇਟਡ ਕੋਈ ਕੋਰਸ ਕੀਤੇ ਵਾ। ਇਸ ਦੀ ਹੁਣ ਆਪਾਂ ਵਿੱਦਿਅਕ ਯੋਗਤਾ ਚੈੱਕ ਕਰ ਲੈਂਦੇ ਹਾਂ। ਇਸ ਦੇ ਵਿੱਚ ਜਿਹੜਾ ਅਸਾਮੀ ਦਾ ਜਿਹੜਾ ਨਾਮ ਹੈ, ਵੈਕੈਂਸੀ ਦਾ ਨਾਮ ਆ, ਉਹ ਹੈਗਾ ਵਿਗਿਆਨਿਕ ਸਹਾਇਕ ਯਾਨੀ ਕਿ ਸਾਇੰਟੀਫਿਕ ਅਸਿਸਟੈਂਟ। ਅਤੇ ਇਸ ਦੀ ਜਿਹੜੀ ਵਿੱਦਿਅਕ ਯੋਗਤਾ ਆ ਉਹ ਹੈਗੀ ਆ ਐਟਲੀਸਟ BSc ਡਿਗਰੀ ਹੋਵੇ ਜਾਂ MSc ਡਿਗਰੀ ਇਨ ਬੇਸਿਕ ਸਾਇੰਸ ਹੋਵੇ ਜਾਂ ਫਿਰ ਲਾਈਫ ਸਾਇੰਸ ਦੇ ਵਿੱਚ ਕੁਛ ਜਿਹੜੀ ਆਪਣੇ ਕੋਰਸ ਕੀਤਾ ਹੋਵੇ ਜਾਂ ਫਿਰ ਇਨਵਾਇਰਮੈਂਟਲ ਸਾਇੰਸ ਦਾ ਕੀਤਾ ਹੋਵੇ ਜਾਂ ਫਿਰ ਮਾਈਕਰੋਬਾਇਓਲੋਜੀ ਕਿੱਥੋਂ ਕੀਤੀ ਹੋਣੀ ਚਾਹੀਦੀ ਹੈ। ਇਹ ਸਾਰੇ ਕੋਰਸ ਤਾਂ ਹੀ ਮਾਨਤਾ ਪ੍ਰਾਪਤ ਹੈ ਜੇ ਇਹ ਕਿਸੇ ਰਿਕੋਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਕੀਤੇ ਹੋਏ ਨੇ ਜਿਹੜੇ ਕਿ ਰਜਿਸਟਰਡ ਹੁੰਦੇ, ਜਿੱਦਾਂ ਕਿ ਪੰਜਾਬ ਯੂਨੀਵਰਸਿਟੀ ਹੋ ਗਈ, ਚੰਡੀਗੜ੍ਹ ਯੂਨੀਵਰਸਿਟੀ ਹੋ ਗਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਈ, ਇਸ ਤਰ੍ਹਾਂ ਨਾਲ। ਅਤੇ ਇਸ ਦੇ ਨਾਲ ਹੀ ਜਿਹੜੀ ਆ ਨੌਲੇਜ ਆਫ ਕੰਪਿਊਟਰ ਵੀ ਚਾਹੀਦੀ ਆ। ਜਿਹੜੇ ਬੱਚੇ ਵਿੱਦਿਅਕ ਯੋਗਤਾ ਤਾਂ ਹੋਣੀ ਚਾਹੀਦੀ, ਨਾਲ ਦੀ ਨਾਲ ਜਿਹੜੀ ਆ ਕੰਪਿਊਟਰ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਆ। ਦੀ ਕੈਂਡੀਡੇਟ ਮਸਟ ਹੈਵ ਅੰਡਰਗੋਨ ਏ ਕੰਪਿਊਟਰ ਕੋਰਸ ਆਫ 6 months ਡਿਊਰੇਸ਼ਨ। ਉਹ ਵੀ ਕਿਸੇ ISO ਸਰਟੀਫਾਈਡ ਹੋਣਾ ਚਾਹੀਦਾ ਆ, ਜਿੱਥੋਂ ਤੁਸੀਂ ਕੰਪਿਊਟਰ ਦਾ 6 ਮਹੀਨੇ ਦਾ ਕੋਰਸ ਕੀਤਾ ਹੋਣਾ ਚਾਹੀਦਾ। ਅਤੇ ਹੁਣ ਅਸੀਂ ਅੱਗੇ ਚੱਲਦੇ ਹਾਂ। ਇੱਥੇ ਦੋਸਤੋ ਇੱਕ ਗੱਲ ਹੋਰ ਕਾਬਿਲ ਗੌਰ ਆ ਵੀ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਹੋਈ ਆ ਵੀ ਉੱਪਰ ਦਰਸਾਈਆਂ ਅਸਾਮੀਆਂ ਲਈ ਉਹਨਾਂ ਨੇ ਰੂਲ ਦਿੱਤਾ ਆ ਦੀ ਪੰਜਾਬ ਸਿਵਲ ਸਰਵਿਸਿਜ਼ ਜਨਰਲ ਐਂਡ ਕਾਮਨ ਕੰਡੀਸ਼ਨਸ ਆਫ ਸਰਵਿਸ ਰੂਲਸ 1994 ਦੇ ਨਿਯਮ 17 ਦੇ ਤਹਿਤ 10ਵੀਂ ਪੱਧਰ ਦੀ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਆ ਜੀ। ਇਸ ਕਰਕੇ ਜਿਹੜੇ ਬੱਚਿਆਂ ਨੇ 10ਵੀਂ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਤੌਰ 'ਤੇ ਪਾਸ ਕੀਤਾ ਆ ਜਾਂ ਇਸ ਦੇ ਬਰਾਬਰ ਦੀ ਕੋਈ ਯੋਗਤਾ ਪਾਸ ਕੀਤੀ ਹੈ ਤਾਂ ਉਸ ਨੂੰ ਹੀ ਨੌਕਰੀ ਮਿਲੂਗੀ। ਅੱਗੇ ਉਹਨਾਂ ਨੇ ਨੰਬਰ 2 'ਤੇ ਦੱਸਿਆ ਵੀ ਜਿਹੜੇ ਵਿੱਦਿਅਕ ਯੋਗਤਾ ਦਾ ਸਰਟੀਫਿਕੇਟ ਹੈ ਨਾ ਉਹ ਅਪਲਾਈ ਕਰਨ ਦੀ ਅੰਤਿਮ ਮਿਤੀ ਭਾਵ 22/8/2022 ਜਾਂ ਉਸ ਤੋਂ ਪਹਿਲਾਂ ਦਾ ਜਾਰੀ ਹੋਇਆ ਹੋਣਾ ਚਾਹੀਦਾ। ਭਾਵੇਂ ਤੁਹਾਡਾ 21/8 ਨੂੰ ਤੁਹਾਨੂੰ ਸਰਟੀਫਿਕੇਟ ਮਿਲਿਆ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਆ, ਪਰ ਜਿਹੜਾ 22/8/2022 ਸ਼ਾਮ 5 ਵਜੇ ਤੋਂ ਪਹਿਲਾਂ ਜਿਹੜਾ ਜਾਰੀ ਹੋਇਆ ਉਹ ਚੱਲੂਗਾ। ਅਤੇ ਅੱਗੇ ਆਪਾਂ ਗੱਲ ਕਰ ਲੈਂਦੇ ਹਾਂ ਤਨਖਾਹ ਸਕੇਲ ਦੀ। ਇਸ ਦੇ ਵਿੱਚ ਜਿਹੜਾ ਆ ਵਿਗਿਆਨਕ ਸਹਾਇਕ ਸਾਇੰਟੀਫਿਕ ਅਸਿਸਟੈਂਟ ਜਿਸ ਦੀ ਜਿਹੜੀ ਆ ਉਹਨਾਂ ਨੇ ਦੱਸਿਆ ਤਨਖਾਹ ਸਕੇਲ ਨੰਬਰ 1 'ਤੇ ਵੀ ਵਿਭਾਗ ਤੋਂ ਪ੍ਰਾਪਤ ਪੱਤਰ ਨੰਬਰ 8/18/2020 5 354 ਮਿਤੀ 22/10/2021 ਦੇ ਸਨਮੁਖ ਮੁੱਢਲਾ ਤਨਖਾਹ ਸਕੇਲ ਜਾਂ ਪੇ ਮੈਟ੍ਰਿਕਸ 29,200 ਰੁਪਏ ਮਿਲਣਯੋਗ ਹੋਵੇਗਾ। ਮਤਲਬ ਕਿ ਜਿਹੜੀ ਤਨਖਾਹ ਆ 29,200 ਰੁਪਇਆ ਹੋਵੇਗੀ।
ਤੇ ਜਿਹੜੀ ਮੁੱਢਲੀ ਤਨਖਾਹ ਆ ਉਸ ਦੇ ਨਾਲ ਕੀ ਮਿਲਣਾ ਆ, ਉਸ ਦੇ ਨਾਲ ਹੋਰ ਭੱਤਿਆਂ ਸੰਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਵਿੱਤ ਪਰਸਨਲ ਸ਼ਾਖਾ 1 ਦਾ ਪੱਤਰ ਨੰਬਰ ਇੰਨਾ 7204/2012 4 FP 1 66 ਮਿਤੀ 15/1/2015 ਤੇ ਇਸ ਸੰਬੰਧੀ ਸਮੇਂ-ਸਮੇਂ 'ਤੇ ਜਾਰੀ ਹੋਈਆਂ ਹਦਾਇਤਾਂ ਲਾਗੂ ਹੋਣਗੀਆਂ। ਮਤਲਬ ਕਿ ਜਿੱਦਾਂ ਜਿੱਦਾਂ ਗਾਂਹ ਤੋਂ ਗਾਂਹ ਸੋਧਾਂ ਹੁੰਦੀਆਂ ਗਈਆਂ ਉਸ ਹਿਸਾਬ ਦੇ ਨਾਲ ਜਿਹੜਾ ਹੁਣ ਮੌਕੇ 'ਤੇ ਚੱਲਦਾ ਪਿਆ ਭੱਤੇ ਜਿਹੜੇ ਚੱਲਦੇ ਹੋਣਗੇ ਉਹ ਤੁਹਾਨੂੰ ਇਸ ਤਨਖਾਹ ਦੇ ਨਾਲ ਮਿਲਣਗੇ। ਅੱਗੇ ਅਸਾਮੀਆਂ ਦਾ ਵਰਗੀਕਰਨ ਦੇਖਦੇ ਹਾਂ। ਅਸਾਮੀਆਂ ਦੇ ਵਰਗੀਕਰਨ ਦੇ ਵਿੱਚ ਜਿਹੜੀ ਆ ਨੰਬਰ 1 'ਤੇ ਕੈਟਾਗਰੀ ਦੱਸੀ ਹੋਈ ਜਨਰਲ। ਇਸ ਦੇ ਲਈ ਜਿਹੜੀ ਆ ਮੈਨਸ ਦੀ ਮੈਨੂੰ ਲੱਗਦਾ ਵੀ ਇੱਥੇ ਮੈਨ ਲਿਖਿਆ ਹੋਣਾ ਚਾਹੀਦਾ ਸੀ, ਉਹਨਾਂ ਨੇ ਨਹੀਂ ਲਿਖਿਆ ਹੋਇਆ ਇੱਥੇ ਕਿਉਂਕਿ ਵੂਮੈਨ ਲਿਖਿਆ ਹੋਇਆ। ਸੋ ਇਸ ਦੇ ਲਈ ਜਨਰਲ ਦੇ ਵਿੱਚ 3 ਮੇਲ ਅਤੇ 1 ਫੀਮੇਲ ਹੋਊਗੀ ਵੈਕੈਂਸੀ ਦੇ ਲਈ ਰਾਖਵਾਂਕਰਨ ਜਿਹੜਾ ਹੋਊਗਾ। ਅਤੇ ਅੱਗੇ EWS ਦੇ ਨਾਲ ਸੰਬੰਧਿਤ ਕੋਈ ਵੈਕੈਂਸੀ ਨਹੀਂ ਹੋਊਗੀ। SC ਕੈਟਾਗਰੀ ਦੇ ਵਿੱਚ M&B ਦੇ ਰਿਲੇਟਡ ਜਿਹੜੀ ਆ ਇਹ ਜਿਹੜੀ ਸਬ ਕੈਟਾਗਰੀ ਹੋਊਗੀ। ਇਸ ਦੇ ਨਾਲ ਰਿਲੇਟਡ ਜਿਹੜੀ ਆ 1 ਮੇਲ ਅਤੇ 1 ਫੀਮੇਲ ਹੋਊਗੀ। ਐਂਡ ਜਿਹੜੀ RO ਸਬ ਕੈਟਾਗਰੀ ਹੈ SC ਦੇ ਵਿੱਚ SC ਕੈਟਾਗਰੀ ਦੇ ਵਿੱਚ ਉਸ ਦੇ ਵਿੱਚ 1 ਮੇਲ ਦੀ ਹੋਊਗੀ ਪੋਸਟ। ਅੱਗੇ ਆ ਜਾਂਦੀ ਹੈ BC ਦੇ ਵਿੱਚ 2 ਮੇਲ ਰੱਖੇ ਜਾਣਗੇ, 1 ਫੀਮੇਲ ਰੱਖੀ ਜਾਊਗੀ। ਅੱਗੇ ESM ਜਨਰਲ ਸੈਲਫ ਜਾਂ ਡਿਪੈਂਡੈਂਟ, ਇਹਨਾਂ ਦੀ ਵੀ ਤੁਹਾਨੂੰ ਪੰਜਾਬੀ 'ਚ ਦੱਸਿਆ ਜਾਊਗਾ ਕਿ ਕਿਹੜੀ ਕਿਹੜੀ ਕੈਟਾਗਰੀ ਕਿੱਦਾਂ ਆ, ਉਹਨੂੰ ਪੰਜਾਬੀ 'ਚ ਕੀ ਕਹਿੰਦੇ ਆ। ਜਿਹੜੀ ESM ਜਨਰਲ ਆ ਉਸ ਦੇ ਵਿੱਚ ਮੇਲ ਦੀ ਜਿਹੜੀ ਆ 1 ਅਸਾਮੀ ਹੋਊਗੀ, ਫੀਮੇਲ ਦੀ ਨਹੀਂ ਹੈਗੀ। ਅੱਗੇ ਆ ਜਾਂਦਾ ਸਪੋਰਟਸ ਕੋਟਾ, ਉਸ ਦੇ ਵਿੱਚ ਸਪੋਰਟਸ ਕੋਟਾ SC ਕੈਟਾਗਰੀ ਦੀ, ਉਸ ਦੇ ਵਿੱਚ M&B ਸਬ ਕੈਟਾਗਰੀ ਦੇ ਲਈ 1 ਮੇਲ ਦੀ ਰਿਕਰੂਟਮੈਂਟ ਰੱਖੀ ਗਈ ਹੈ। ਉਸ ਤੋਂ ਅੱਗੇ ਆ ਜਾਂਦੀ ਹੈ ਜੀ ਫਿਜ਼ੀਕਲ ਹੈਂਡੀਕੈਪਡ ਦੀ ਨੰਬਰ 5 'ਤੇ ਸਬ ਕੈਟਾਗਰੀ ਆ ਜਾਂਦੀ ਆ ਔਰਥੋ, ਅਤੇ ਇਸ ਦੇ ਵਿੱਚ ਵੀ ਮੇਲ ਦੀ ਜਿਹੜੀ ਆ 1 ਅਸਾਮੀ ਰੱਖੀ ਗਈ ਹੈ, ਫੀਮੇਲ ਦੀ ਕੋਈ ਮੰਗ ਨਹੀਂ ਕੀਤੀ ਗਈ। ਅਤੇ ਅੱਗੇ ਆਪਾਂ ਆ ਜਾਂਦੇ ਹਾਂ ਜਿਹੜਾ ਉਹਨਾਂ ਨੇ ਨੋਟ ਦਿੱਤਾ ਹੋਇਆ, ਉਹਨਾਂ ਨੇ ਦੱਸਿਆ ਹੋਇਆ ਕਿ ਉਪਰੋਕਤ ਰਾਖਵਾਂਕਰਨ ਅਤੇ ਸ਼੍ਰੇਣੀ ਵਾਈਜ਼ ਵਰਗੀਕਰਨ ਵਿਭਾਗ ਵੱਲੋਂ ਪ੍ਰਾਪਤ ਹੋਏ ਮੰਗ ਪੱਤਰ ਵਿੱਚ ਦਰਸਾਏ ਵਰਗੀਕਰਨ ਅਨੁਸਾਰ ਹੈ। ਜੇਕਰ ਸੰਬੰਧਿਤ ਵਿਭਾਗ ਭਵਿੱਖ ਵਿੱਚ ਭਰਤੀ ਪ੍ਰਕਿਰਿਆ ਦੀ ਕਿਸੇ ਵੀ ਸਟੇਜ 'ਤੇ ਕਿਸੇ ਵੀ ਕਾਰਨ ਉਪਰੋਕਤ ਦਰਸਾਈਆਂ ਅਸਾਮੀਆਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਜਾਂ ਖਾਰਜ ਕਰਨ ਦਾ ਫੈਸਲਾ ਲੈ ਲੈਂਦਾ ਹੈ ਤਾਂ ਬੋਰਡ ਦੁਆਰਾ ਇਸ ਸੰਬੰਧੀ ਕੋਰੀਜੈਂਡਮ ਨੋਟਿਸ ਜਾਰੀ ਕਰਦੇ ਹੋਏ ਭਰਤੀ ਵਿੱਚ ਸੋਧ ਕੀਤੀ ਜਾ ਸਕਦੀ ਹੈ। ਅਜਿਹੀ ਹਰ ਤਰ੍ਹਾਂ ਦੀ ਸੋਧ ਸਮੂਹ ਉਮੀਦਵਾਰਾਂ 'ਤੇ ਲਾਗੂ ਹੋਵੇਗੀ। ਇਸ ਭਰਤੀ ਪ੍ਰਕਿਰਿਆ ਦੌਰਾਨ ਕਿਸੇ ਹੋਰ ਵਿਭਾਗ ਤੋਂ ਪ੍ਰਾਪਤ ਤਾਜ਼ਾ ਮੰਗ ਪੱਤਰਾਂ ਦੀ ਅਸਾਮੀਆਂ ਨੂੰ ਇਸ ਇਸ਼ਤਿਹਾਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜੀ। ਇਹ ਉਹਨਾਂ ਨੇ ਸਪੈਸ਼ਲ ਨੋਟ ਦੱਸਿਆ ਹੋਇਆ। ਅਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਵੀ ਜਦੋਂ ਤੁਸੀਂ ਭਰਨਾ ਆ ਉਦੋਂ ਜਿਹੜਾ ਸ਼੍ਰੇਣੀ ਕੋਡ ਕੀ ਲਾਉਣਾ ਆ। ਨੰਬਰ 1 'ਤੇ ਜਨਰਲ ਦਾ ਹੈਗਾ 101, SC ਕੈਟਾਗਰੀ ਦੇ ਲਈ M&B ਦੇ ਲਈ 103 ਆ, SC ਕੈਟਾਗਰੀ R&O ਦੇ ਲਈ 104 ਅਤੇ BC ਦੇ ਲਈ ਜਿਹੜੀ ਆ BC ਦੇ ਲਈ 105 ਆ, ESM ਜਨਰਲ ਸੈਲਫ ਦੇ ਲਈ 106 ਆ, ESM ਜਨਰਲ ਡਿਪੈਂਡੈਂਟ ਦੇ ਲਈ 107 ਹੈ ਜੀ। ਸਪੋਰਟਸ SC M&B ਲਈ 115 ਕੋਡ ਦਿੱਤਾ ਗਿਆ ਹੈ ਅਤੇ ਸਪੋਰਟਸ SC R&O ਲਈ 116 ਅਤੇ ਫਿਜ਼ੀਕਲ ਹੈਂਡੀਕੈਪਡ ਔਰਥੋ ਲਈ 117। ਇਹ ਤੁਸੀਂ ਜਿਹੜੀ ਵੀ ਤੁਹਾਡੀ ਕੈਟਾਗਰੀ ਹੋਊਗੀ ਤੁਸੀਂ ਉਹੀ ਕੋਡ ਜਿਹੜਾ ਆ ਉਹ ਵਿੱਚ ਫਿਲ ਕਰਨਾ ਹੈ, ਠੀਕ ਹੈ ਜੀ। ਅਤੇ ਹੁਣ ਆਪਾਂ ਦੇਖ ਲੈਂਦੇ ਹਾਂ ਕਿਹੜੀ ਕਿਹੜੀ ਕੈਟਾਗਰੀ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ। ਉਹਨਾਂ ਨੇ ਇਹ ਵੀ ਦੱਸਿਆ ਹੋਇਆ ਆ, ਜਨਰਲ ਨੂੰ ਆਮ ਵਰਗ ਕਹਿੰਦੇ ਨੇ, SC M&B ਨੂੰ ਅਨੁਸੂਚਿਤ ਜਾਤੀ ਮਜ਼੍ਹਬੀ ਅਤੇ ਬਾਲਮੀਕੀ। ਨੰਬਰ 3 'ਤੇ ਆ ਗਈ ਜੀ SC R&O ਅਨੁਸੂਚਿਤ ਜਾਤੀ ਰਾਮਦਾਸੀਆ ਅਤੇ ਹੋਰ। ਨੰਬਰ 4 'ਤੇ BC ਮਤਲਬ ਪਛੜੀ ਸ਼੍ਰੇਣੀ ਬੈਕਵਰਡ ਕਲਾਸ ਜਿਹਨੂੰ ਕਹਿ ਦਿੰਦੇ ਆਪਾਂ। ESM ਜਨਰਲ ਸੈਲਫ ਮਤਲਬ ਸਾਬਕਾ ਫੌਜੀ ਆਮ ਵਰਗ ਖੁਦ।
ESM ਜਨਰਲ ਡਿਪੈਂਡੈਂਟ ਸਾਬਕਾ ਫੌਜੀ ਆਮ ਵਰਗ ਆਸ਼ਰਿਤ। ਅੱਗੇ ਸਪੋਰਟਸ SC R&O ਖਿਡਾਰੀ ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ ਕੈਟਾਗਰੀ ਦੇ ਵਿੱਚ। ਸਪੋਰਟਸ SC M&B ਖਿਡਾਰੀ ਅਨੁਸੂਚਿਤ ਜਾਤੀ ਮਜ਼੍ਹਬੀ ਅਤੇ ਬਾਲਮੀਕੀ ਦੇ ਨਾਲ ਰਿਲੇਟਡ। ਅਤੇ ਜਿਹੜਾ ਫਿਜ਼ੀਕਲ ਹੈਂਡੀਕੈਪਡ 9 ਨੰਬਰ 'ਤੇ ਰਹਿੰਦਾ ਔਰਥੋ, ਇਹ ਦਿਵਿਆਂਗ ਜਨ ਮਤਲਬ ਕਿ ਜਿਹੜੇ ਸਰੀਰਕ ਤੌਰ 'ਤੇ ਜਿਹੜੇ ਆ ਉਹ ਅੰਗਹੀਨ ਕਹਿ ਸਕਦੇ ਆਪਾਂ, ਉਹਨਾਂ ਦੇ ਲਈ ਜਿਹੜੀ ਆ ਇਹ ਕੈਟਾਗਰੀ ਆ। ਅਤੇ ਅੱਗੇ ਆਪਾਂ ਰਾਖਵਾਂਕਰਨ ਦੇਖ ਸਕਦੇ ਹਾਂ, ਜਿਹੜੀਆਂ ਉਹਨਾਂ ਨੇ ਹਦਾਇਤਾਂ ਦਿੱਤੀਆਂ ਹੋਈਆਂ। ਉਮੀਦਵਾਰ ਸ਼੍ਰੇਣੀ ਅਤੇ ਇਸ ਦੇ ਕੋਡ ਦਾ ਧਿਆਨ ਰੱਖਦੇ ਹੋਏ ਆਨਲਾਈਨ ਫਾਰਮ ਧਿਆਨ ਨਾਲ ਭਰਨ, ਕਿਉਂਕਿ ਕਿਸੇ ਵੀ ਸਟੇਜ 'ਤੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾ ਸਕੇਗਾ। ਇਸ ਕਰਕੇ ਦੋਸਤੋ ਤੁਸੀਂ ਧਿਆਨ ਦੇ ਨਾਲ ਭਰਨਾ, ਜਦੋਂ ਵੀ ਫਾਰਮ ਭਰਨਾ ਆਪਣਾ ਸ਼੍ਰੇਣੀ ਕੋਡ ਜ਼ਰੂਰ ਧਿਆਨ ਨਾਲ ਭਰਨਾ। ਸ਼੍ਰੇਣੀ ਕੋਡ ਉਕਤ ਦਰਸਾਈਆਂ ਅਸਾਮੀਆਂ ਦੇ ਅਨੁਸਾਰ ਹੀ ਭਰਿਆ ਜਾਵੇ। ਉਮੀਦਵਾਰ ਕਿਸੇ ਵੀ ਅਜਿਹੀ ਸ਼੍ਰੇਣੀ ਕੋਡ ਵਿਰੁੱਧ ਅਪਲਾਈ ਨਾ ਕਰਨ ਜਿਸ ਦੀ ਅਸਾਮੀ ਉੱਪਰ ਦਰਸਾਈ ਸਾਰਣੀ ਵਿੱਚ ਦਰਜ ਨਹੀਂ ਕੀਤੀ ਗਈ, ਵੀ ਤੁਸੀਂ ਧਿਆਨ ਰੱਖਣਾ ਵਾ। ਅਤੇ ਰਾਖਵਾਂਕਰਨ ਦਾ ਲਾਭ ਕੇਵਲ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲਣਯੋਗ ਹੋਵੇਗਾ। ਇਹ ਸਿਰਫ ਜਿਹੜੇ ਪੰਜਾਬ ਦੇ ਰੈਜ਼ੀਡੈਂਟਸ ਆ ਉਹਨਾਂ ਦੇ ਲਈ ਹੀ ਇਹ ਜਿਹੜੀ ਆ ਲਾਭ ਹੋਊਗਾ ਰਾਖਵਾਂਕਰਨ ਦਾ। ਅੱਗੇ ਆਪਾਂ ਦੇਖ ਲੈਂਦੇ ਹਾਂ, ਇਹ ਮੈਨੂੰ ਲੱਗਦਾ ਵੀ ਇਸ ਦੇ ਵਿੱਚ ਤੁਹਾਨੂੰ ਡੋਮਿਸਾਈਲ ਸਰਟੀਫਿਕੇਟ ਵੀ ਪੇਸ਼ ਕਰਨਾ ਪਵੇਗਾ। ਰਾਖਵਾਂਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣ ਦਾ ਤਾਜ਼ਾ ਜਾਰੀ ਹੋਇਆ ਸਰਟੀਫਿਕੇਟ ਪੇਸ਼ ਕਰੇਗਾ। ਇਹ ਸਰਟੀਫਿਕੇਟ ਕਾਉਂਸਲਿੰਗ ਦੌਰਾਨ ਪੇਸ਼ ਕਰਨ ਸਮੇਂ ਕਿਸੇ ਵੀ ਸਥਿਤੀ ਵਿੱਚ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਵੈਸੇ ਆਮ ਗੱਲ ਆ ਵੀ ਜਿਹੜੇ ਵੀ ਬੱਚੇ ਭਰਤੀਆਂ ਭਰਦੇ ਆ ਉਹਨਾਂ ਨੇ ਇਹ ਸਰਟੀਫਿਕੇਟ ਬਣਾਇਆ ਹੀ ਹੋਇਆ ਹੈ। ਅਤੇ ਫਿਰ ਵੀ ਤੁਹਾਨੂੰ ਅਸੀਂ ਇਹੀ ਸਲਾਹ ਦੇਵਾਂਗੇ ਵੀ ਭਰਤੀ ਭਰਨ ਤੋਂ ਪਹਿਲਾਂ ਤੁਸੀਂ ਹੁਣੇ ਹੀ ਪਹਿਲਾਂ ਆਪਣਾ ਡੋਮਿਸਾਈਲ ਸਰਟੀਫਿਕੇਟ ਚੈੱਕ ਕਰੋ। ਜੇ ਉਹ 5 ਸਾਲ ਤੋਂ ਪੁਰਾਣਾ ਹੈਗਾ ਤਾਂ ਉਹਨੂੰ ਦੁਬਾਰਾ ਬਣਾ ਲਓ। ਅਤੇ ਕਿਉਂਕਿ ਇਹ ਇਸੇ ਭਰਤੀ ਦੇ ਵਿੱਚ ਨਹੀਂ, ਇਹ ਗਾਂ ਹੋਰ ਵੀ ਭਰਤੀਆਂ ਦੇ ਵਿੱਚ ਕੰਮ ਜ਼ਰੂਰ ਆਊਗਾ, ਕਿਉਂਕਿ ਰਾਖਵਾਂਕਰਨ ਉਸ ਨੂੰ ਹੀ ਮਿਲਣਾ ਜਿਹੜਾ ਇਹਨੂੰ ਪੇਸ਼ ਕਰੂਗਾ। ਠੀਕ ਹੈ ਜੀ, ਇਹ ਬਣਾਉਣਾ ਬਹੁਤ ਹੀ ਜ਼ਰੂਰੀ ਆ। ਇਹ ਤੁਸੀਂ ਆਪਣਾ ਸਾਰਿਆਂ ਨੇ ਚੈੱਕ ਕਰ ਲੈਣਾ ਹੈ ਜੀ। ਅੱਗੇ ਆ ਜਾਂਦੀ ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀ ਸਾਬਕਾ ਫੌਜੀਆਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦਾ ਸਰਟੀਫਿਕੇਟ ਪੰਜਾਬ ਸਰਕਾਰ ਦੀਆਂ ਪ੍ਰਚਲਿਤ ਹਦਾਇਤਾਂ ਅਨੁਸਾਰ ਹੋਣਾ ਲਾਜ਼ਮੀ ਆ ਜੀ। ਜਿੱਦਾਂ BC ਸ਼੍ਰੇਣੀ ਦਾ ਹੋਣਾ ਚਾਹੀਦਾ ਆ, SC ਕੈਟਾਗਰੀ ਦਾ, ਜਾਂ ਸਾਬਕਾ ਫੌਜੀਆਂ ਦਾ, ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦਾ, ਇਹ ਸਾਰਿਆਂ ਦੇ ਤੁਹਾਨੂੰ ਸਰਟੀਫਿਕੇਟ ਬਣਾਉਣੇ ਪੈਣੇ ਆ ਜਿਹੜੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਆ। ਕਿਉਂਕਿ ਇਹ ਤੁਹਾਨੂੰ ਉੱਥੇ ਸ਼ਾਇਦ ਪੇਸ਼ ਕਰਨਾ ਪੈ ਸਕਦਾ ਹੈ, ਸ਼ਾਇਦ ਕਿ ਪੱਕਾ ਹੀ ਪੇਸ਼ ਕਰਨਾ ਪਊਗਾ, ਕਿਉਂਕਿ ਤਾਂ ਹੀ ਤੁਹਾਨੂੰ ਜਿਹੜਾ ਰਾਖਵਾਂਕਰਨ ਦਾ ਲਾਭ ਮਿਲੂਗਾ। ਉਮੀਦਵਾਰ ਕਾਉਂਸਲਿੰਗ ਸਮੇਂ ਅਤੇ ਹੋਰ ਕਿਸੇ ਵੀ ਸਟੇਜ ਬੋਰਡ ਦੀ ਮੰਗ ਅਨੁਸਾਰ ਆਪਣੀ ਸ਼੍ਰੇਣੀ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਪੁਖਤਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰੇਗਾ ਜੀ। ਕਾਉਂਸਲਿੰਗ ਸਮੇਂ ਕਿਸੇ ਵੀ ਲੋੜੀਂਦੇ ਦਸਤਾਵੇਜ਼ ਦੀ ਅਣਹੋਂਦ ਵਿੱਚ ਉਮੀਦਵਾਰ ਨੂੰ ਉਪਰੋਕਤ ਅਸਾਮੀਆਂ ਲਈ ਨਹੀਂ ਵਿਚਾਰਿਆ ਜਾਊਗਾ। ਮੈਰਿਟ ਲਿਸਟ ਵਿੱਚ ਮੌਜੂਦ ਅਗਲੇ ਯੋਗ ਉਮੀਦਵਾਰ ਨੂੰ ਵਿਚਾਰਦੇ ਹੋਏ ਉਸਦਾ, ਇਸ ਕਰਕੇ ਤੁਸੀਂ ਆ ਇੱਥੋਂ ਪੜ੍ਹ ਹੀ ਸਕਦੇ ਆ ਵੀ ਉਹ ਕਹਿੰਦੇ ਆ ਵੀ ਜੇ ਤੁਹਾਡੇ ਕੋਲ ਨਾ ਹੋਇਆ ਨਾ ਮੈਰਿਟ ਲਿਸਟ ਦੇ ਬਾਅਦ ਜਿਹੜਾ ਜਦੋਂ ਉਹਨਾਂ ਨੂੰ ਚੈੱਕ ਕਰਨੇ ਆ, ਜੇ ਤੁਹਾਡੇ ਕੋਲ ਸਰਟੀਫਿਕੇਟ ਨਾ ਹੋਇਆ ਤਾਂ ਤੁਹਾਨੂੰ ਜਿਹੜਾ ਥੱਲੜੇ ਨੰਬਰ ਵਾਲਾ ਨਾ ਯੋਗ ਉਮੀਦਵਾਰ ਹੋਊਗਾ ਉਸ ਨੂੰ ਉਹ ਜਿਹੜੀ ਆ ਸੀਟ ਦੇ ਦਿੱਤੀ ਜਾਊਗੀ। ਇਸ ਕਰਕੇ ਹਰੇਕ ਨੇ ਆਪਣਾ ਸਰਟੀਫਿਕੇਟ ਜ਼ਰੂਰ ਬਣਾਉਣਾ ਹੈ, ਸ਼੍ਰੇਣੀ ਦੇ ਨਾਲ ਰਿਲੇਟਡ ਵੀ। ਸਾਡੀ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਆਪੋ ਆਪਣੇ ਕਾਗਜ਼ ਪੂਰੇ ਰੱਖਿਓ। ਅਤੇ ਇੱਥੇ ਉਹ ਕਹਿੰਦੇ ਆ ਕਿ ਜੇਕਰ ਕਿਸੇ ਨੇ ਸ਼੍ਰੇਣੀ ਕੋਡ ਦੇ ਬਾਹਰ ਜਿਹੜੀ ਆ ਆਪਣਾ ਅਪਲਾਈ ਕੀਤਾ ਅਸਾਮੀ, ਤਾਂ ਉਸਦੀ ਜਿਹੜੀ ਉਮੀਦਵਾਰਤਾ ਮੁੜ ਤੋਂ ਹੀ ਰੱਦ ਮੰਨੀ ਜਾਊਗੀ। ਠੀਕ ਹੈ ਜੀ। ਅਤੇ ESM ਜਨਰਲ ਅਤੇ ESM SC ਦੀਆਂ ਅਸਾਮੀਆਂ ESM ਸੈਲਫ ਉਮੀਦਵਾਰ ਵਿੱਚੋਂ ਹੀ ਭਰੀਆਂ ਜਾਣਗੀਆਂ। ਲਓ ਵੀ ਮਿੱਤਰੋ, ਇਹ ਵੀ ਗੱਲ ਬਹੁਤ ਹੀ ਵਿਚਾਰਨਯੋਗ ਹੈ ਕਿ ਜਿਹੜੀਆਂ ESM ਜਨਰਲ ਅਤੇ ESM SC ਦੀਆਂ ਜਿਹੜੀਆਂ ਅਸਾਮੀਆਂ ਉਹ ਵੀ ਇਹਨਾਂ ਦੇ ਵਿੱਚੋਂ ਹੀ ਭਰੀਆਂ ਜਾਊਗੀਆਂ, ESM ਸੈਲਫ ਦੀਆਂ। ਅਤੇ ESM ਸੈਲਫ ਉਮੀਦਵਾਰ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਹੀ ਅਸਾਮੀਆਂ ESM ਡਿਪੈਂਡੈਂਟ ਉਮੀਦਵਾਰਾਂ ਵਿੱਚੋਂ ਵੀ ਭਰੀਆਂ ਜਾ ਸਕਦੀਆਂ ਨੇ ਜੀ। ਅਤੇ ਅੱਗੇ ਪੰਜਾਬ ਸਰਕਾਰ ਰੱਖਿਆ ਸੇਵਾ ਭਲਾਈ ਵਿਭਾਗ ਦੇ ਨੋਟੀਫਿਕੇਸ਼ਨ 8/5/2022 ਮੁਤਾਬਿਕ ਜੇਕਰ ਕਿਸੇ ਅਸਾਮੀ ਵਿਰੁੱਧ ਸਾਬਕਾ ਫੌਜੀ ਜਾਂ ਸਾਬਕਾ ਫੌਜੀ ਅਸਥਿਤ ਉਮੀਦਵਾਰ ਉਪਲਬਧ ਨਹੀਂ ਹੁੰਦਾ ਤਾਂ ਇਹ ਅਸਾਮੀ ਜਿਹੜੀ ਆ ਜੀ ਇਸ ਰੂਲ ਦੇ ਅਨੁਸਾਰ ਜਿਹੜੀ ਆ ਉਹ ਭਰੀ ਜਾ ਸਕਦੀ ਆ। ਇਹ ਤੁਸੀਂ ਹੁਣ ਆਪ ਵੀ ਪੜ੍ਹ ਸਕਦੇ ਆ, ਅਤੇ ਕਿਉਂਕਿ ਉਹਨਾਂ ਨੇ ਜ਼ਿਆਦਾ ਹੀ ਇੰਗਲਿਸ਼ ਲਿਖਤੀ ਹੈ। ਅੱਗੇ ਆਪਾਂ ਆ ਜਾਂਦੇ ਉਮਰ ਸੀਮਾ 'ਤੇ। ਉਮਰ ਸੀਮਾ ਇਹਦੀ ਤੁਸੀਂ ਦੇਖ ਸਕਦੇ ਹਾਂ ਵੀ
1/1/2022 मतलब कि जनवਰੀ ਮਹੀਨੇ ਦੀ 1 ਤਰੀਕ ਜਿਹੜੀ 2022 ਦੀ ਲੰਘ ਗਈ ਆ, ਉਦੋਂ ਤੱਕ ਜਿਹੜੀ ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ 37 ਸਾਲ 18 ਸਾਲ ਘੱਟ ਤੋਂ ਘੱਟ ਹੈ, ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਉਸ ਤੋਂ ਉੱਤੇ ਨਹੀਂ ਅਤੇ 18 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਅਤੇ ਅੱਗੇ ਆਪਾਂ ਆ ਜਾਂਦੇ ਹਾਂ ਪਛੜੀ ਸ਼੍ਰੇਣੀ ਦੇ ਅਨੁਸੂਚਿਤ ਜਾਤੀ 'ਤੇ। ਇਹਦੇ ਜਿਹੜੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਜਿਹੜੀ ਉੱਪਰਲੀ ਸੀਮਾ ਉਹ 42 ਸਾਲ ਹੋਵੇਗੀ। ਅਤੇ ਅੱਗੇ ਆ ਜਾਂਦੇ ਹਾਂ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਉਮਰ ਸੀਮਾ ਜਿਹੜੀ ਹੈ 45 ਸਾਲ ਕੀਤੀ ਹੋਈ ਹੈ ਵੱਧ ਤੋਂ ਵੱਧ। ਠੀਕ ਹੈ ਜੀ। ਅੱਗੇ ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉੱਪਰਲੀ ਸੀਮਾ ਜਿਹੜੀ ਆ ਪੰਜਾਬ ਰਿਕਰੂਟਮੈਂਟ ਆਫ ਐਕਸ ਸਰਵਿਸ ਐਂਡ ਰੂਲਸ 1982 ਦੇ ਵਿੱਚ ਹੋਈਆਂ ਸੋਧਾਂ ਦੇ ਅਨੁਸਾਰ ਜਿਹੜੀ ਆ ਉਮਰ ਦੀ ਉੱਪਰਲੀ ਸੀਮਾ ਤੋਂ ਵੀ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਉਹ ਉਮਰ ਦੀ ਉੱਪਰਲੀ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਜੀ। ਠੀਕ ਹੈ ਜੀ। ਅਤੇ ਅੱਗੇ ਪੰਜਾਬ ਦੇ ਵਸਨੀਕ ਦਿਵਿਆਂਗ ਉਮੀਦਵਾਰਾਂ ਲਈ ਉਮਰ ਦੀ ਉੱਪਰਲੀ ਸੀਮਾ ਵਿੱਚ 10 ਸਾਲ ਦੀ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 47 ਸਾਲ ਕੀਤੀ ਗਈ ਆ। 47 ਸਾਲ ਤੱਕ ਜੇ ਕੋਈ ਹੈਗਾ ਦਿਵਿਆਂਗ ਤਾਂ ਉਹ ਵੀ ਅਪਲਾਈ ਕਰ ਸਕਦਾ। ਅੱਗੇ ਆ ਜਾਂਦੇ ਹਾਂ ਜੀ ਇਸ ਦੇ ਵਿੱਚ ਉਹਨਾਂ ਨੇ ਹੋਰ ਵੀ ਲਿਖਿਆ ਹੋਇਆ ਕਿ ਪੰਜਾਬ ਸਰਕਾਰ ਦੇ ਪੱਤਰ ਨੰਬਰ 9/56/2022 ਅਤੇ ਮਿਤੀ 12/1/2021 ਰਾਹੀਂ ਪੰਜਾਬ ਸਰਕਾਰ ਅਧੀਨ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਵੱਖ-ਵੱਖ ਕੈਟਾਗਰੀਆਂ ਦੇ ਕਰਮਚਾਰੀਆਂ ਨੂੰ ਇਸ ਪੱਤਰ ਵਿੱਚ ਦਰਜ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿੱਚ ਹੀ ਇਸ ਭਰਤੀ ਲਈ ਦਿੱਤੀ ਗਈ ਉੱਪਰਲੀ ਉਮਰ ਸੀਮਾ ਵਿੱਚ ਬਣਦੀ ਛੋਟ ਦਾ ਲਾਭ ਮਿਲੇਗਾ। ਠੀਕ ਹੈ ਜੀ। ਜੇ ਉਹ ਸ਼ਰਤਾਂ ਪੂਰੀਆਂ ਕਰਨਗੇ ਤਾਂ ਹੀ ਉਹਨਾਂ ਨੂੰ ਇਸ ਭਰਤੀ ਵਿੱਚ ਜਿਹੜੀ ਉਮਰ ਦੀ ਉੱਪਰਲੀ ਸੀਮਾ ਦੇ ਵਿੱਚ ਜਿਹੜੀ ਆ ਛੋਟ ਦਾ ਲਾਭ ਮਿਲ ਜੂਗਾ। ਅਤੇ ਅੱਗੇ ਆਪਾਂ ਦੇਖ ਲੈਂਦੇ ਹਾਂ ਜੀ ਰਾਜ ਅਤੇ ਜਿਹੜੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਛੋਟ ਲੈਣ ਲਈ ਵਿਭਾਗ ਤੋਂ NOC ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ। ਇਹ ਜਿਹੜੇ ਹੁਣ ਮੇਰਾ ਖਿਆਲ ਸਾਬਕਾ ਕਰਮਚਾਰੀ ਹੋਣਗੇ ਉਹਨਾਂ ਦੀ ਗੱਲ ਕੀਤੀ ਗਈ ਆ ਵੀ ਉਹ NOC ਲੈ ਕੇ ਪੇਸ਼ ਕਰਨਗੇ। ਇਸ ਕਰਕੇ ਜਿਹੜੇ ਵੀ ਆਪਣੇ ਇਸ ਦੇ ਵਿੱਚ ਅਪਲਾਈ ਕਰਨਗੇ ਉਹ ਆਪਣਾ NOC ਜ਼ਰੂਰ ਲੈਣ ਤਾਂ ਕਿ ਜਿਹੜੇ ਕਾਉਂਸਲਿੰਗ ਸਮੇਂ ਕੋਈ ਦਿੱਕਤ ਨਾ ਪੇਸ਼ ਹੋ ਸਕੇ। ਫੀਸ ਦਾ ਵੇਰਵਾ ਅੱਗੇ ਦੇਖ ਲੈਂਦੇ ਹਾਂ ਵੀ ਜਿਹੜਾ ਆਮ ਵਰਗ ਆ ਅਤੇ ਜਿਹੜੇ ਸਪੋਰਟਸ ਕੈਟਾਗਰੀ ਆ ਉਹਨਾਂ ਦੇ ਲਈ ਜਿਹੜੀ 1000 ਰੁਪਏ ਫੀਸ ਰੱਖੀ ਗਈ ਆ। ਠੀਕ ਹੈ ਜੀ। SC ਐਂਡ BC ਇਹਨਾਂ ਦੇ ਲਈ 250 ਰੁਪਏ ਫੀਸ ਰੱਖੀ ਗਈ ਆ। ਸਾਬਕਾ ਫੌਜੀ ਅਤੇ ਆਸ਼ਰਿਤ ਮਤਲਬ ਐਕਸ ਸਰਵਿਸਮੈਨ ਅਤੇ ਡਿਪੈਂਡੈਂਟ ਉਹਨਾਂ ਦੇ ਲਈ 200 ਰੁਪਏ ਫੀਸ ਰੱਖੀ ਗਈ ਆ। ਦਿਵਿਆਂਗ ਫਿਜ਼ੀਕਲ ਹੈਂਡੀਕੈਪਡ 500 ਰੁਪਏ ਫੀਸ ਰੱਖੀ ਗਈ ਹੈ ਜੀ। ਅਤੇ ਇਹ ਜਿਹੜੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਣੀ। ਅੱਗੇ ਚੋਣ ਵਿਧੀ ਦੇਖ ਲੈਂਦੇ ਹਾਂ ਜੀ। ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਲਈ ਓਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਮਤਲਬ ਕਿ ਜਿਹੜਾ ਇੱਕ ਕੁਐਸਚਨ ਦੇ ਨਾਲ 4 ਆਪਸ਼ਨਾਂ ਦਿੱਤੀਆਂ ਹੁੰਦੀਆਂ ਨੇ ਉਹ ਵਾਲਾ ਪੇਪਰ ਤੁਹਾਡਾ ਪੈਣਾ ਹੈ ਜੀ। ਲਿਖਤੀ ਪ੍ਰੀਖਿਆ ਲਈ ਜਾਵੇਗੀ। ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੀ ਜਿਹੜੀ ਹੈ ਕਾਮਨ ਮੈਰਿਟ ਲਿਸਟ ਤਿਆਰ ਕੀਤੀ ਜਾਣੀ ਹੈ ਜੀ। ਇਸ ਕਰਕੇ ਪੇਪਰ 'ਚੋਂ ਜ਼ਿਆਦਾ ਨੰਬਰ ਲੈਣੇ ਬਹੁਤ ਹੀ ਜ਼ਰੂਰੀ ਆ। ਅੱਗੇ ਤੁਸੀਂ ਦੇਖ ਸਕਦੇ ਹੋ ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸੰਬੰਧੀ ਬਰਾਬਰ ਅੰਕ ਹਾਸਲ ਉਮੀਦਵਾਰਾਂ ਨੂੰ ਦੀ ਜਿਹੜੀ ਜਨਮ ਮਿਤੀ ਨੂੰ ਵਿਚਾਰਿਆ ਜਾਏਗਾ। ਜੇ ਤੁਹਾਡੇ ਨੰਬਰ ਬਰਾਬਰ ਰਹਿੰਦੇ ਤੁਹਾਨੂੰ ਦੇਖਣਾ ਵੀ ਤੁਸੀਂ ਤੁਹਾਡੀ ਜਿਹੜੀ ਜਨਮ ਮਿਤੀ ਦੇ ਵਿੱਚ ਕਿੰਨਾ ਫਰਕ ਹੈ। ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਜਿਹੜੀ ਆ ਉਹ ਉੱਪਰ ਮੰਨੀ ਜਾਊਗੀ। ਜਿਹਦੀ ਉਮਰ ਵੱਧ ਹੋਊਗੀ ਉਹਨੂੰ ਹੀ ਉੱਪਰ ਮੰਨਿਆ ਜਾਊਗਾ। ਅਤੇ ਜੇਕਰ ਜਿਹੜੇ ਬਰਾਬਰ ਮੈਰਿਟ ਹਾਸਲ ਉਮੀਦਵਾਰ ਦੀ ਜਨਮ ਮਿਤੀ ਮੁਤਾਬਕ ਉਮਰ ਵਿੱਚ ਵੀ ਜੇਕਰ ਬਰਾਬਰਤਾ ਹੈ ਤਾਂ ਇਸ ਸੰਬੰਧੀ ਉਮੀਦਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਜਿਹੜੀ ਆ ਜਿਹੜੇ ਨੰਬਰ ਜ਼ਿਆਦਾ ਹੋਊਗੇ ਫਿਰ ਉਹਨੂੰ ਉੱਪਰ ਰੱਖਿਆ ਜਾਊਗਾ। ਇਸ ਤਰੀਕੇ ਨਾਲ ਉਹਨਾਂ ਸ਼ਰਤਾਂ ਦੱਸੀਆਂ। ਅੱਗੇ ਜਿਹੜੇ ਆ ਓਬਜੈਕਟਿਵ ਟਾਈਪ ਜਿਹੜਾ ਹੋਣਾ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ 'ਤੇ ਅਸਾਮੀਆਂ ਦਾ 3 ਗੁਣਾ ਜਾਂ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰਾਂ ਨੂੰ ਮਤਲਬ ਸਿੱਧੀ ਜਿਹੀ ਗੱਲ ਆ ਵੀ 3 ਗੁਣਾ ਉਮੀਦਵਾਰਾਂ ਨੂੰ ਜਿਹੜਾ ਸੱਦਿਆ ਜਾਊਗਾ ਲਿਖਤੀ ਪ੍ਰੀਖਿਆ ਤੋਂ ਬਾਅਦ ਪੜਤਾਲ ਜਿੱਦਾਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਨ ਦੇ ਲਈ ਜਾਂ ਕਾਉਂਸਲਿੰਗ ਦੇ ਲਈ ਬੁਲਾਇਆ ਜਾਊਗਾ। ਅਤੇ ਉਸ ਤੋਂ ਬਾਅਦ ਯੋਗ ਪਾਏ ਗਏ ਉਮੀਦਵਾਰਾਂ ਦੇ ਨਾਮ ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ ਅਨੁਸਾਰ ਭਰਤੀ ਪ੍ਰਕਿਰਿਆ ਦੌਰਾਨ ਕਿਸੇ ਵੀ ਸਮੇਂ ਜਿੱਦਾਂ ਵੀ ਹੁਕਮ ਹੋਣਗੇ ਉਹ ਘਟਾ ਵਧਾ ਸਕਦੇ ਆ ਜੀ। ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਉਹਨਾਂ ਦੀ ਯੋਗਤਾ ਪੱਤਰਤਾ ਦੇ ਆਧਾਰ 'ਤੇ ਬਿਨੈ ਕਰਨ ਵਾਲੀ ਸ਼੍ਰੇਣੀ ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਊਗਾ ਜੀ। ਠੀਕ ਹੈ ਜੀ। ਤੁਹਾਨੂੰ ਤੁਹਾਡੀ ਜਿਹੜੀ ਹੋਊਗੀ
ਸ਼੍ਰੇਣੀ ਕੋਡ ਉਹਦੇ ਵਿੱਚ ਹੀ ਵਿਚਾਰਿਆ ਜਾਊਗਾ। ਅੱਗੇ ਦੇਖ ਲੈਂਦੇ ਹਾਂ ਆਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ। ਹਰ ਪੱਖੋਂ ਮੁਕੰਮਲ ਆਨਲਾਈਨ ਪ੍ਰਤੀ ਬੇਨਤੀ ਪ੍ਰਾਪਤ ਹੋਣ ਤੋਂ ਬਾਅਦ ਉਮੀਦਵਾਰ ਨੂੰ ਜਿਹੜਾ ਆ ਐਡਮਿਟ ਕਾਰਡ ਜਾਰੀ ਕੀਤੇ ਜਾਊਗੇ ਵਿਭਾਗ ਦੀ ਵੈਬਸਾਈਟ ਦੇ ਉੱਤੇ। ਲਿਖਤੀ ਪ੍ਰੀਖਿਆ ਦਾ ਜਿਹੜਾ ਸੰਭਾਵਿਤ ਸਿਲੇਬਸ ਅਤੇ ਪੈਟਰਨ ਬਾਅਦ ਵਿੱਚ ਜਿਹੜਾ ਬੋਰਡ ਦੀ ਵੈਬਸਾਈਟ ਦੇ ਉੱਪਰ ਹੀ ਤੁਹਾਨੂੰ ਮਿਲੂਗਾ। ਅਤੇ ਤੁਸੀਂ ਜਿਹੜੀ ਆ ਓਬਜੈਕਟਿਵ ਟਾਈਪ ਜਿਹੜਾ ਤੁਹਾਡਾ ਲਿਖਤੀ ਪ੍ਰੀਖਿਆ ਹੋਣੀ ਉਹਦੀ ਜਾਣਕਾਰੀ, ਪ੍ਰੀਖਿਆ ਦੀ ਮਿਤੀ, ਪ੍ਰੀਖਿਆ ਕੇਂਦਰ, ਸਾਰਾ ਕੁਛ ਤੁਹਾਨੂੰ ਜਿਹੜਾ ਆ ਇਸ ਸਾਈਟ ਦੇ ਉੱਤੇ ਮਿਲੂਗਾ www.board.punjab.gov.in। ਇਸ ਦੇ ਉੱਤੇ ਹੀ ਅਪਲੋਡ ਹੋਊਗਾ ਜਿਹੜਾ ਨੋਟੀਫਿਕੇਸ਼ਨ ਹੋਊਗਾ। ਠੀਕ ਹੈ ਜੀ। ਅਤੇ ਤੁਹਾਨੂੰ ਇਹ ਜਿਹੜੀ ਆ ਲਾਜ਼ਮੀ ਤੌਰ 'ਤੇ ਚੈੱਕ ਕਰਦੇ ਰਹਿਣਾ ਪਊਗਾ ਜੀ। ਕਿਸੇ ਵੀ ਜਿੱਦਾਂ ਉਮੀਦਵਾਰ ਨੂੰ ਜਿਹੜਾ ਆ ਵਿਅਕਤੀਗਤ ਤੌਰ 'ਤੇ ਪੱਤਰ ਵਿਹਾਰ ਜਿੱਦਾਂ ਕਿ ਮੈਸੇਜ ਜਾਂ ਕੁਛ ਵੀ ਤਾਂ ਸ਼ਾਇਦ ਨਹੀਂ ਆਊਗਾ, ਤੁਹਾਨੂੰ ਆਪ ਹੀ ਖਿਆਲ ਰੱਖਣਾ ਪਊਗਾ। ਪਰ ਉੱਦਾਂ ਮੈਸੇਜ ਤਾਂ ਸ਼ਾਇਦ ਆਉਂਦਾ ਹੀ ਹੁੰਦਾ ਹਰੇਕ ਵਾਰੀ, ਪਰ ਫਿਰ ਵੀ ਅੱਗੇ ਆਪਾਂ ਦੇਖ ਲੈਂਦੇ ਹਾਂ। ਅਪਲਾਈ ਕਰਨ ਦੀ ਵਿਧੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣੀ ਆ, ਫਿਰ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਇਹ ਪਾ ਦਾਂਗੇ, ਤੁਸੀਂ ਉੱਥੋਂ ਵੀ ਖੋਲ੍ਹ ਸਕਦੇ ਆ। ਅਤੇ ਇਹਦੀ ਜਿਹੜੀ ਤਰੀਕ ਤੁਹਾਨੂੰ ਪਤਾ ਲੱਗ ਗਈ 13/7/2022 ਤੋਂ 22/8/2022 ਸ਼ਾਮ 5 ਵਜੇ ਤੱਕ। ਅਤੇ ਜਿਹੜੀ ਆ ਅੱਗੇ ਆ ਜਾਂਦੇ ਆ ਜਿਹੜੀ ਆ ਆਨਲਾਈਨ ਜਿਹੜੀ ਆ ਆਪਣਾ ਤੁਸੀਂ ਭਰਤੀ ਅਪਲਾਈ ਕਰਨੀ ਆ, ਉਹ ਜਿਹੜਾ ਬੋਰਡ ਦੀ ਵੈਬਸਾਈਟ 'ਤੇ ਮੌਜੂਦ ਜਿਹੜਾ ਭਰਤੀ ਦਾ ਲਿੰਕ ਹੋਣਾ ਉਸ 'ਤੇ ਹੇਠ ਦਰਜ ਕਰਨ ਜੀ। ਉਮੀਦਵਾਰ ਇਸ ਲਿੰਕ 'ਤੇ ਕਲਿੱਕ ਕਰਨ ਉਪਰੰਤ ਇਹਨਾਂ ਹਦਾਇਤਾਂ ਧਿਆਨ ਨਾਲ ਪੜ੍ਹ ਕੇ ਹਰ ਸਟੈਪ ਨੂੰ ਸਫਲਤਾਪੂਰਵਕ ਮੁਕੰਮਲ ਕਰਨ। ਠੀਕ ਹੈ ਜੀ। ਅੱਗੇ ਤੁਹਾਨੂੰ ਪਤਾ ਹੀ ਆ ਜੀ, ਤੁਸੀਂ ਜਿੱਦਾਂ ਰਜਿਸਟ੍ਰੇਸ਼ਨ ਕਰਨੀ ਹੈ, ਉਸ ਤੋਂ ਬਾਅਦ ਜਿਹੜਾ ਤੁਹਾਨੂੰ ਯੂਜ਼ਰ ਨੇਮ ਮਿਲ ਜਾਣਾ ਆ, ਪਾਸਵਰਡ ਜਨਰੇਟ ਹੋ ਜਾਣਾ। ਇਹ ਸਾਰਿਆਂ ਨੂੰ ਵੈਸੇ ਨੋਰਮਲ ਪਤਾ ਹੀ ਹੁੰਦਾ ਆ, ਫਿਰ ਵੀ ਆਪਾਂ ਤੁਹਾਨੂੰ ਇੱਕ ਵਾਰੀ ਜਿਸ ਲਈ ਅਪਲਾਈ ਕਰਨ ਦੀ ਮਿਤੀ ਆਊਗੀ ਇੱਕ ਵੀਡੀਓ ਉਸਦੇ ਨਾਲ ਵੀ ਬਣਾ ਕੇ ਪਾ ਦੇਵਾਂਗੇ ਵੀ ਕਿੱਦਾਂ ਅਪਲਾਈ ਕਰਨਾ, ਤੁਸੀਂ ਆਪ ਵੀ ਕਰ ਸਕਦੇ ਆ। ਜਿੱਦਾਂ ਕਿ ਉਹਨਾਂ ਨੇ ਦੱਸਿਆ ਕਿ ਜੇ ਤੁਹਾਡੀ ਜਨਮ ਮਿਤੀ ਇਹ ਹੋਊਗੀ ਨਾ 1/4/1990 ਤਾਂ ਉਹਦਾ ਜਿਹੜਾ ਪਾਸਵਰਡ ਜਿਹੜਾ ਆ ਉਹ ਤੁਹਾਡਾ ਜਨਮ ਮਿਤੀ ਹੀ ਹੋਊਗੀ, ਇਹੀ ਤੁਹਾਡਾ ਪਾਸਵਰਡ ਬਣਨਾ ਉਹਦੇ ਵਿੱਚ। ਠੀਕ ਹੈ ਜੀ। ਯੂਜ਼ਰ ਨੇਮ ਦੇ ਨਾਲ ਜਿਹੜੀ ਤੁਹਾਨੂੰ ਆਈ ਡੀ ਮਿਲਣੀ, ਰਜਿਸਟ੍ਰੇਸ਼ਨ ਨੰਬਰ ਜਿਹੜਾ ਮਿਲਣਾ ਉਸ ਦੇ ਨਾਲ ਹੀ ਤੁਹਾਡੀ ਆਈ ਡੀ ਲੱਗੂਗੀ, ਪਾਸਵਰਡ ਆਈ ਡੀ ਜਿੱਦਾਂ ਕਰ ਲੈਂਦੇ ਆ ਜਨਮ ਮਿਤੀ। ਅਤੇ ਇਹ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਦੱਸੀਆਂ ਹੋਈਆਂ ਨੰਬਰ 4 ਦੇ ਵਿੱਚ, ਇਹ ਤੁਸੀਂ ਜ਼ਰੂਰ ਉੱਤੇ ਅਪਲੋਡ ਕਰਨੀਆਂ ਜੀ। ਉਮੀਦਵਾਰ ਆਨਲਾਈਨ ਫਾਰਮ ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋ, ਹਸਤਾਖਰ ਅਤੇ ਲੋੜੀਂਦੇ ਵਿੱਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ ਦੇ ਜਨਮ ਦਾ ਮਿਤੀ ਵਾਲਾ ਸਰਟੀਫਿਕੇਟ, 12ਵੀਂ ਸਰਟੀਫਿਕੇਟ, ਸੰਬੰਧਿਤ ਵਿੱਦਿਅਕ ਯੋਗਤਾ ਦਾ ਸਰਟੀਫਿਕੇਟ, ਕੈਟਾਗਰੀ ਨਾਲ ਸੰਬੰਧਿਤ ਸਰਟੀਫਿਕੇਟ ਸਕੈਨ ਕਰਕੇ ਅਪਲੋਡ ਕਰਨਗੇ। ਅਤੇ ਇਹਨਾਂ ਦਸਤਾਵੇਜ਼ਾਂ ਦੇ ਅਪਲੋਡ ਹੋਣ 'ਤੇ ਮੁਕੰਮਲ ਆਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਹੋਣ ਉਪਰੰਤ ਹੀ ਫੀਸ ਜਮ੍ਹਾਂ। ਉਹਦਾ ਓਬਵੀਅਸ ਗੱਲ ਆ, ਜਦੋਂ ਤੁਸੀਂ ਸਬਮਿਟ ਕਰੋਗੇ ਫੀਸ ਜਮ੍ਹਾਂ ਕਰਨ ਦੀ ਜਿਹੜਾ ਲਿੰਕ ਤਾਂ ਹੀ ਓਪਨ ਹੋਣਾ। ਠੀਕ ਹੈ ਜੀ। ਇਹ ਤੁਸੀਂ ਸਕੈਨ ਕਰਕੇ ਪਾਉਣੇ ਆ ਜਿੰਨੇ ਵੀ ਦੱਸੇ ਉਹਨਾਂ ਨੇ। ਅਤੇ ਜਿਹੜੀ ਆ ਅਪਲਾਈ ਕਰਨ ਲਈ ਲੋੜੀਂਦੀ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਜਿਹੜੀ ਆ 25/8 ਹੋਊਗੀ ਜੀ। 25/8 ਤੱਕ ਤੁਸੀਂ ਕਰ ਸਕਦੇ ਆ। ਅਤੇ ਫੀਸ ਭਰਨੇ ਉਮੀਦਵਾਰ ਨੂੰ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਅਪਲੋਡ ਫੋਟੋ ਸਾਈਨ ਪੇ ਫੀ ਪ੍ਰਿੰਟ ਐਪਲੀਕੇਸ਼ਨ ਲਿੰਕ 'ਤੇ, ਮਤਲਬ ਕਿ ਫੋਟੋ ਸਾਈਨ ਜਿੱਦਾਂ ਤੁਸੀਂ ਸਾਰਾ ਕੁਛ ਅਪਲੋਡ ਕਰ ਲਿਆ ਉਸ ਤੋਂ ਬਾਅਦ ਤੁਸੀਂ ਫੀਸ ਪੇ ਕਰ ਦੇਣੀ ਹੈ। ਉਸ ਤੋਂ ਬਾਅਦ ਇੱਕ ਫੇਰ ਫਾਰਮ ਖੋਲ੍ਹਣਾ, ਉਸ ਨੂੰ ਤੁਸੀਂ ਪ੍ਰਿੰਟ ਐਪਲੀਕੇਸ਼ਨ ਕਰ ਲੈਣਾ। ਠੀਕ ਹੈ ਜੀ। ਪ੍ਰਿੰਟ ਐਪਲੀਕੇਸ਼ਨ ਕਰਕੇ ਅਤੇ ਫਿਰ ਤੁਸੀਂ ਲੌਗਇਨ ਕਰਨਾ। ਆਨਲਾਈਨ ਫੀਸ ਭਰਨ ਲਈ ਬੈਂਕ ਦੀ ਵੈੱਬਸਾਈਟ 'ਤੇ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਤੁਹਾਡੀ ਜਨਮ ਮਿਤੀ ਜਿਹੜੀ ਆ ਪਾਸਵਰਡ ਦੇ ਤੌਰ 'ਤੇ ਲੱਗਣੀ ਹੈ। ਠੀਕ ਹੈ ਜੀ। ਅੱਗੇ ਫਿਰ ਤੁਹਾਨੂੰ ਪਤਾ ਹੀ ਆ ਜੀ, ਤੁਸੀਂ ਜਿਹੜਾ ਆ ਜਿੱਦਣ ਤੁਹਾਡੀ ਫਾਈਲ ਸਬਮਿਟ ਹੋ ਗਈ ਨਾ ਜੀ ਅਪਲੋਡ ਕਰਨ ਤੋਂ ਬਾਅਦ, ਫਿਰ ਤੁਸੀਂ ਜਿਹੜਾ ਇੱਕ ਦਿਨ ਛੱਡ ਕੇ ਮਤਲਬ 24 ਘੰਟੇ ਛੱਡ ਕੇ ਜਿੱਦਾਂ ਫੀਸ ਅਦਾ ਕਰ ਸਕਦੇ ਹੋ ਤੁਸੀਂ। ਠੀਕ ਹੈ ਜੀ। ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਨੈੱਟ ਬੈਂਕਿੰਗ ਨਾਲ ਕਰ ਦਿਓ, ਕ੍ਰੈਡਿਟ ਕਾਰਡ ਨਾਲ ਕਰ ਦਿਓ, ਡੈਬਿਟ ਕਾਰਡ ਨਾਲ ਕਰ ਦਿਓ, UPI ਦੇ ਨਾਲ ਕਰ ਦਿਓ, ਜਿੱਦਾਂ ਵੀ ਤੁਸੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਜੀ। ਠੀਕ ਹੈ ਜੀ। ਅਤੇ ਜੇ ਤੁਹਾਡੀ ਫੀਸ ਨਹੀਂ ਜਮ੍ਹਾਂ ਹੁੰਦੀ ਉਸ ਦੇ ਵਿੱਚ ਬੋਰਡ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ। ਇਸ ਤੋਂ ਅੱਗੇ ਤੁਸੀਂ ਜਿਹੜਾ ਆ ਫੀਸ ਕਰਕੇ ਉਹਦਾ ਪ੍ਰਿੰਟ ਆਊਟ ਲੈ ਲੈਣਾ ਜੀ। ਇਹ ਨੋਰਮਲ ਗੱਲ ਸਾਰਿਆਂ ਨੂੰ ਪਤਾ ਹੀ ਹੈ ਜੀ। ਅੱਗੇ ਉਹਨਾਂ ਨੇ ਹੋਰ ਵੀ ਦਿੱਤੀਆਂ ਹੋਈਆਂ ਨੇ, ਅਤੇ ਉਹਨਾਂ ਨੇ ਯੋਗ ਕਰਾਰ ਦੇਣ ਦਾ ਉਹੀ ਹੁੰਦਾ ਵੀ ਕਿਸੇ ਦੀ ਜਿਹੜੀ ਆ ਫੀਸ ਨਹੀਂ ਤਰੀ ਅਧੂਰੀ ਗਲਤ ਸੂਚਨਾ ਰਹਿ ਗਈ ਆ, ਉਹ ਆਪਣੇ ਤਕਨੀਕੀ ਕਾਰਨ ਹੋ ਗਏ, ਆਨਲਾਈਨ ਬਿਨੇ ਪੱਤਰ ਪ੍ਰਕਿਰਿਆ ਦੀ ਥਾਂ 'ਤੇ ਕਿਸੇ ਹੋਰ ਪ੍ਰਕਿਰਿਆ ਰਾਹੀਂ ਬਿਨੇ ਕਰਨਾ ਜੀ। ਇਸ ਕਰਕੇ ਇਸ ਨੂੰ ਜਿਹੜਾ ਉਹ ਰੱਦ ਸਮਝੂਗੇ। ਅਤੇ ਆਹ ਹੈ ਜੀ ਇੱਕ ਉਮੀਦਵਾਰ ਵੱਲੋਂ ਹਾਸਲ ਕੀਤਾ ਗਿਆ ਡਿਗਰੀ ਸਰਟੀਫਿਕੇਟ
UGC ਦੁਆਰਾ ਸਮੇਂ-ਸਮੇਂ 'ਤੇ ਜਾਰੀ ਗਾਈਡਲਾਈਨ ਇੰਸਟਰਕਸ਼ਨਸ ਅਨੁਸਾਰ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਨੇ ਜਾਰੀ ਕੀਤਾ ਹੋਣਾ ਜਿਹੜਾ ਲਾਜ਼ਮੀ ਚਾਹੀਦਾ ਹੈ। ਠੀਕ ਹੈ ਜੀ। ਉਪਰੋਕਤ ਦਰਸਾਈਆਂ ਅਸਾਮੀਆਂ ਲਈ ਪੰਜਾਬ ਸਿਵਲ ਸਰਵਿਸਿਜ਼ ਰੂਲਸ 93 ਕੀਤੇ ਪਾਬੰਦ ਅਨੁਸਾਰ 10ਵੀਂ ਪੱਧਰ ਦੀ ਪੰਜਾਬੀ ਜ਼ਰੂਰ ਤੁਸੀਂ ਲਾਜ਼ਮੀ ਕੀਤੀ ਹੋਣੀ ਚਾਹੀਦੀ ਹੈ ਜੀ। 10ਵੀਂ ਦੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਅਤੇ ਜਿਹੜੀ ਮੁੱਢਲੀ ਤਨਖਾਹ ਅਤੇ ਹੋਰ ਭੱਤਿਆਂ ਸੰਬੰਧੀ ਜਿਹੜੀ ਆ ਆਪਣੇ ਉਹ ਸਮੇਂ-ਸਮੇਂ 'ਤੇ ਜਿਹੜੀਆਂ ਹਦਾਇਤਾਂ ਹੋਣਗੀਆਂ ਉਹ ਲਾਗੂ ਹੋਣਗੀਆਂ ਜੀ। ਬਸ ਇੰਨੀ ਕੁ ਗੱਲ ਆ। ਅਤੇ ਹੁਣ ਜਿਹੜੇ ਵੀ ਉਮੀਦਵਾਰ ਚਾਹਵਾਨ ਆ ਉਹ ਇਸ ਦੇ ਲਈ ਜ਼ਰੂਰ ਅਪਲਾਈ ਕਰਨ, ਕਿਉਂਕਿ ਇੱਦਾਂ ਦੀਆਂ ਭਰਤੀਆਂ ਰੋਜ਼-ਰੋਜ਼ ਨਹੀਂ ਆਉਂਦੀਆਂ, ਕਿਉਂਕਿ ਇਹਨਾਂ ਦੇ ਲਈ ਜਿਹੜੇ ਆ ਸਪੈਸ਼ਲ ਕੋਰਸ ਕਰਨੇ ਪੈਂਦੇ ਆ। ਅਤੇ ਬਸ ਇੰਨੀ ਕੁ ਹੀ ਜਾਣਕਾਰੀ ਦਿੱਤੀ ਹੋਈ ਹੈ ਜੀ ਇਸ ਦੇ ਵਿੱਚ। ਬਾਕੀ ਉਹਨਾਂ ਨੇ ਹਦਾਇਤਾਂ ਜਿਹੀਆਂ ਦਿੱਤੀਆਂ ਹੋਈਆਂ ਨੇ। ਇੱਥੋਂ ਤੁਸੀਂ ਜਿੱਦਾਂ ਵਿਭਾਗ ਦੀ ਵੈਬਸਾਈਟ 'ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਪ੍ਰੀਖਿਆ ਵਿਧੀ, ਸ਼ਡਿਊਲ, ਐਡਮਿਟ ਕਾਰਡ, ਨਤੀਜਾ, ਮੈਰਿਟ ਲਿਸਟ, ਹੋਰ ਵੀ ਜਿਹੜੀਆਂ ਜਾਣਕਾਰੀਆਂ ਆਉਗੀਆਂ ਉਹ ਅਪਲੋਡ ਕੀਤੀਆਂ ਜਾਣਗੀਆਂ, ਤੁਸੀਂ ਉੱਥੋਂ ਦੇਖ ਸਕਦੇ ਜਾ ਕੇ। ਠੀਕ ਹੈ ਜੀ। ਅਤੇ ਅੱਗੇ ਆਪਾਂ ਦੇਖ ਲੈਂਦੇ ਹਾਂ। ਅੱਗੇ ਤਾਂ ਸ਼ਾਇਦ ਕੁਛ ਖਾਸ ਨਹੀਂ ਹੈਗਾ। ਇਸ ਭਰਤੀ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਕੰਮਕਾਜ ਵਾਲੇ ਦਿਨ 10 ਤੋਂ 4 AM ਬੋਰਡ ਦੇ ਦਫ਼ਤਰੀ ਐਕਸਟੈਂਸ਼ਨ। ਅੱਛਾ ਜੀ। ਆਹ ਨੰਬਰਾਂ 'ਤੇ ਤੁਸੀਂ ਭਰਤੀ ਸੰਬੰਧੀ ਜਿਹੜਾ ਆ ਉਹ ਕਾਲ ਵੀ ਕਰਕੇ ਪੁੱਛ ਸਕਦੇ ਆ ਜੀ। ਨੰਬਰ ਤੁਸੀਂ ਨੋਟ ਕਰ ਲਓ। ਆਹ ਨੰਬਰ 2 ਦਿੱਤੇ ਹੋਏ ਨੇ, ਤੁਸੀਂ 10 ਤੋਂ 4 ਵਜੇ ਤੱਕ ਜਿੱਦਾਂ ਮਰਜ਼ੀ ਫੋਨ ਕਰਕੇ ਪੁੱਛ ਸਕਦੇ ਆ। ਠੀਕ ਹੈ ਜੀ। ਇਹ ਸੀਗਾ ਅਫੀਸ਼ੀਅਲ ਨੋਟੀਫਿਕੇਸ਼ਨ ਅਤੇ ਇਹ ਤੁਹਾਡੇ ਸਾਹਮਣੇ ਹੀ ਹੈ ਜੀ। ਠੀਕ ਹੈ ਜੀ। ਅਤੇ ਇਹ ਸੀਗੀ ਅੱਜ ਦੀ ਜਿਹੜੀ ਭਰਤੀ ਜਿਹੜੀ ਅੱਜ ਕੱਢੀ ਗਈ ਹੈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ। ਅਤੇ ਇਹਨਾਂ ਅਸਾਮੀਆਂ ਲਈ ਆਨਲਾਈਨ ਬਿਨੇ ਕਰਨ ਸੰਬੰਧੀ ਕੋਈ ਮੁਸ਼ਕਿਲ ਔਕੜ ਹੋਣ 'ਤੇ ਈਮੇਲ ਰਾਹੀਂ ਹੈਲਪ ਡੈਸਕ Gmail 'ਤੇ ਸੰਪਰਕ ਕੀਤਾ ਜਾ ਸਕਦਾ। ਠੀਕ ਹੈ ਜੀ। ਜੇ ਤੁਹਾਨੂੰ ਕੋਈ ਔਕੜ ਆਉਂਦੀ ਹੈ ਤੁਸੀਂ ਹੈਲਪ ਡੈਸਕ 'ਤੇ ਜਾ ਕੇ ਸੰਪਰਕ ਵੀ ਕਰ ਸਕਦੇ ਆ। ਸੋ ਦੋਸਤੋ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ। ਅਤੇ ਉਮੀਦ ਹੈ ਕਿ ਤੁਹਾਨੂੰ ਜਿਹੜੀ ਇਹ ਵੀਡੀਓ ਦੇ ਵਿੱਚ ਇਕੱਲੀ ਜਾਣਕਾਰੀ ਮਿਲ ਚੁੱਕੀ ਹੋਵੇਗੀ। ਜੇਕਰ ਤੁਹਾਨੂੰ ਨਹੀਂ ਕਿਤੇ ਵੀ ਜਾਣਕਾਰੀ ਮਿਲੀ ਤਾਂ ਤੁਸੀਂ ਵੀਡੀਓ ਨੂੰ ਜਿਹੜਾ ਆ ਪਾਊਜ਼ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਕਈ ਵਾਰ ਜਿਹੜੀ ਆ ਸਾਡੇ ਵੱਲੋਂ ਕਿਤੇ ਨਾ ਕਿਤੇ ਜਾਣਕਾਰੀ ਦੇਣ ਦੇ ਵਿੱਚ ਢਿੱਲ ਰਹਿ ਜਾਂਦੀ ਹੈ। ਇਸ ਕਰਕੇ ਤੁਸੀਂ ਵੀਡੀਓ ਨੂੰ ਅਟਕਾ ਕੇ ਆਪ ਵੀ ਚੈੱਕ ਕਰ ਸਕਦੇ ਆ ਜੇ ਤੁਹਾਨੂੰ ਕਿਤੇ ਲੱਗੇ ਵੀ ਹਾਂ ਸਾਡੇ ਕੋਲ ਜਾਣਕਾਰੀ ਨਹੀਂ ਦੇ ਹੋਈ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਇਸ ਕਰਕੇ ਸਾਡੇ ਚੈਨਲ ਕਰੰਟ ਵਿਜ਼ਨ ਨੂੰ ਸਬਸਕ੍ਰਾਈਬ ਕਰਨਾ ਜੀ। ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਅਸੀਂ ਤੁਹਾਡੇ ਲਈ ਅੱਗੇ ਵੀ ਹੋਰ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ। ਇਹ ਮੈਂ ਤਾਂ ਉੱਤੇ ਲਿਜਾਣ ਡਿਆ ਕਿ ਜੇਕਰ ਕਿਸੇ ਨੂੰ ਵੀ ਬਾਅਦ ਵਿੱਚ ਲੱਗੇ ਕਿ ਕੋਈ ਛੁੱਟ ਗਈ ਆ ਇਨਫੋਰਮੇਸ਼ਨ ਤਾਂ ਉਹ ਆਪ ਵੀ ਜਿਹੜਾ ਆ ਚੈੱਕ ਕਰ ਸਕਦਾ ਹੈ। ਠੀਕ ਹੈ ਜੀ। ਲਓ ਜੀ, ਇਹ ਸੀਗਾ ਅੱਜ ਦਾ ਇਸ਼ਤਿਹਾਰ। ਸੋ ਥੈਂਕ ਯੂ ਫॉर ਵਾਚਿੰਗ ਐਂਡ ਕੀਪ ਸਪੋਰਟ ਅਸ। ਥੈਂਕ ਯੂ ਸੋ ਮਚ।